ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸੰਗਤ ਰੂਪ ਦੇ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੇ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੀ ਬਾਣੀ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਕੱਲ ਵਿਚਾਰ ਕੀਤੀ ਸੀ, ਆਪਾਂ ਵਿਚਾਰਦੇ ਸੀ ਸੰਤਾਂ ਦੇ ਬਾਰੇ ਦੇ ਵਿੱਚ ਵੀ ਜੋ ਸੰਤ ਨੇ ਉਹਨਾਂ ਦੀ ਮਹਿਮਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਉਹਨਾਂ ਦੀ ਮਹਿਮਾ ਵਿਖਿਆਨ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਹ ਸਮਾ ਜਾਂਦੇ ਨੇ ਮਾਲਕ ਦੇ ਵਿੱਚ, ਅਤੇ ਮਾਲਕ ਅਗਾਧ ਬੋਧ ਹੈ। ਇਸ ਕਰਕੇ ਸੰਤਾਂ ਦੀ, ਸਾਧੂਆਂ ਦੀ, ਗੁਰ ਦੀ ਇਹ ਮਹਿਮਾ ਕੋਈ ਵੀ ਨਹੀਂ ਜਾਣਦਾ ਜਦ ਤੱਕ ਆਪ ਮਾਲਕ ਕਿਰਪਾ ਨਹੀਂ ਕਰਦਾ, ਦਇਆ ਨਹੀਂ ਕਰਦਾ। ਇਸ ਕਰਕੇ ਵਿਚਾਰਦੇ ਸੀ ਆਪਾਂ, ਸੰਤਨ ਕੀ ਮਹਿਮਾ ਕਵਨ ਬਖਾਨੋ, ਅਗਾਧ ਬੋਧ ਕਿਛ ਮਿਤ ਨਹੀਂ ਜਾਨੂ। ਪਾਰ ਬ੍ਰਹਮ ਮੋਹਿ ਕਿਰਪਾ ਕੀਜੈ, ਧੂਰ ਸੰਤਨ ਕੀ ਨਾਨਕ ਦੀਜੈ। ਫਿਰ ਆਪਾਂ ਕੀ ਮੰਗਦੇ ਉਸ ਪ੍ਰਭੂ ਤੋਂ? ਪਰਮੇਸ਼ਰ ਦੇ ਅੱਗੇ ਬੇਨਤੀ ਕੀ ਕਰਦੇ ਕਿ ਸਾਨੂੰ ਸੰਤਾਂ ਦੀ ਧੂਰੀ ਬਖਸ਼ਿਸ਼ ਕਰੋ। ਸੰਤਾਂ ਦੀ ਧੂਰੀ ਕੀ ਹੁੰਦਾ? ਸੰਤਾਂ ਦੇ ਬਚਨ। ਕਿਹੜਾ ਬਚਨ ਦਿੰਦੇ ਨੇ? ਗੁਰ ਦਾ ਗਿਆਨ ਨੇਤਰਾਂ ਦੇ ਵਿੱਚ ਜੋ ਪਾਇਆ ਜਾਂਦਾ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਇਹ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅਗਲਾ ਸ਼ਬਦ ਦੀ ਵਿਚਾਰ ਕਰਦੇ ਹਾਂ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਇਸ ਦੇ ਵਿੱਚ ਜਿਹੜੇ ਸੰਤ ਨੇ, ਜਿਹੜੇ ਪ੍ਰਭੂ ਦੇ ਪਿਆਰੇ ਨੇ, ਜਿਨ੍ਹਾਂ ਨੂੰ ਆਪ ਆਪਣੇ ਬਣਾ ਲੈਂਦਾ ਹੈ, ਉਹ ਫਿਰ ਪ੍ਰਭੂ ਦੇ ਬਾਰੇ ਉਹਨਾਂ ਦਾ ਕੀ ਸੋਚ ਹੁੰਦੀ, ਕੀ ਵਿਚਾਰ ਹੁੰਦੀ, ਕੀ ਮਾਲਕ ਨੂੰ ਬੇਨਤੀ ਕਰਦੇ, ਕੀ ਉਸ ਦੀ ਉਪਮਾ ਕਰਦੇ, ਉਹ ਫਿਰ ਇੱਥੇ ਬਿਆਨ ਹੈ। ਔਰ ਉਹ ਪੰਕਤੀ ਆਪਾਂ ਵਿਚਾਰ ਲਈਏ। ਤੂੰ ਮੇਰੇ ਲਾਲਣ, ਤੂੰ ਮੇਰੇ ਪ੍ਰਾਣ। ਜਦ ਤੂੰ ਸ਼ਬਦ ਆਪਾਂ ਕਿੱਥੇ ਵਰਤਦੇ ਹਾਂ? ਜਦੋਂ ਸਾਡੇ ਕੋਈ ਸਾਹਮਣੇ ਹੁੰਦਾ ਹੈ। ਜਿਵੇਂ ਕਿ ਅੱਜ ਆਪਾਂ ਸੰਸਾਰ ਦੇ ਵਿੱਚ ਤੂੰ ਸ਼ਬਦ ਨੂੰ ਆਪਾਂ ਜੇ ਕੋਈ ਤੂੰ ਕਹਿੰਦਾ, ਆਪਾਂ ਕਹਿੰਦੇ ਤੂੰ, ਤੈਨੂੰ ਬੋਲਣਾ ਨਹੀਂ ਆਉਂਦਾ, ਤੂੰ ਅਪਮਾਨ ਕਰਦਾ ਹੈ, ਤੁਸੀਂ ਕਿਉਂ ਨਹੀਂ ਬੋਲਦਾ? ਕਿਉਂਕਿ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਜਦੋਂ ਮਾਲਕ ਨੂੰ ਜਾਣਿਆ, ਆਮੋ ਸਾਹਮਣੇ ਹੋਏ, ਫਿਰ ਤੂੰ ਸ਼ਬਦ ਦਾ ਉਪਯੋਗ ਕੀਤਾ ਹੈ। ਕਿਉਂ ਕੀਤਾ ਹੈ? ਕਿਉਂਕਿ ਜਿਹੜਾ ਤੁਸੀਂ ਹੈ, ਤੁਸੀਂ ਬਹੁਵਚਨ ਹੈ। ਪਰਮੇਸ਼ਰ ਬਹੁਵਚਨ ਨਹੀਂ ਹੈ। ਪਰਮੇਸ਼ਰ ਇੱਕ ਹੈ, ਸਿਰਫ ਇੱਕ ਹੈ। ਇਸ ਕਰਕੇ ਤੂੰ ਸ਼ਬਦ ਵਰਤਿਆ ਹੈ। ਇਸ ਕਰਕੇ ਸਮਝਾਉਂਦੇ ਨੇ, ਤੂੰ ਮੇਰੇ ਲਾਲਣ, ਤੂੰ ਮੇਰੇ ਪ੍ਰਾਣ। ਵੀ ਮੈਨੂੰ ਸਵਾਸ ਦੇ ਕੇ ਜਿੰਦਾ ਰੱਖਣ ਵਾਲਾ ਤੂੰ ਹੀ ਹੈ, ਤੂੰ ਹੀ ਮੇਰਾ ਪ੍ਰਾਣ ਹੈ, ਤੂੰ ਹੀ ਮੇਰਾ ਲਾਲਣ ਹੈ।
ਲਾਲਣ ਹੁੰਦਾ ਹੈ ਜੋ ਬਹੁਤ ਕੀਮਤੀ ਗਹਿਣਾ, ਜਿਸ ਨੂੰ ਆਪਾਂ ਕਹਿ ਦਿੰਦੇ ਹਾਂ। ਬਹੁਤ ਸੋਹਣਾ ਲਾਲ, ਕਿਉਂਕਿ ਜੋ ਲਾਲਾਂ ਦੀ ਤਰ੍ਹਾਂ ਹੈ, ਬਹੁਤ ਸੁੰਦਰ, ਜਿਸ ਵਰਗਾ ਦੂਜਾ ਨਹੀਂ ਹੈ। ਤੂੰ ਮੇਰੇ ਸਾਹਿਬ, ਤੂੰ ਮੇਰੇ ਖਾਨ, ਮੇਰੇ ਵਾਸਤੇ ਤੂੰ ਹੀ ਸਾਹਿਬ ਹੈ, ਤੂੰ ਹੀ ਮੇਰਾ ਮਾਲਕ ਹੈ, ਤੂੰ ਹੀ ਖਾਨ ਹੈ। ਆਪਾਂ ਸਾਹਿਬ ਕਹਿ ਦਿੰਦੇ ਹਾਂ, ਪਾਤਸ਼ਾਹ ਕਹਿ ਦਿੰਦੇ ਹਾਂ, ਅਤੇ ਦੂਜੇ ਭਾਸ਼ਾਵਾਂ ਦੇ ਵਿੱਚ, ਜਿਵੇਂ ਅਰਬੀਆਂ ਦੇ ਵਿੱਚ, ਉੱਥੇ ਸੁਲਤਾਨ ਕਹਿ ਦਿੰਦੇ, ਖਾਨ ਕਹਿ ਦਿੰਦੇ ਹਾਂ। ਇਸਲਾਮ ਧਰਮ ਦੇ ਵਿੱਚ ਅਤੇ ਗੁਰੂ ਸਾਹਿਬਾਨ ਨੇ, ਕਿਉਂਕਿ ਹਰ ਇੱਕ ਸ਼ਬਦ ਨੂੰ, ਹਰ ਇੱਕ ਭਾਸ਼ਾ ਨੂੰ ਵਰਤਿਆ ਹੈ, ਤਾਂ ਕਿ ਸਾਨੂੰ ਇਹ ਪਤਾ ਚੱਲ ਜਾਵੇ ਕਿ ਜੋ ਗੁਰਬਾਣੀ ਹੈ ਇਹ ਸਰਬ ਸਾਂਝੀ ਹੈ। ਇਹ ਪੂਰੀ ਮਨੁੱਖਤਾ ਦੇ ਲਈ ਹੈ, ਨਾ ਕਿ ਕਿਸੇ ਇੱਕ ਧਰਮ ਦੇ ਲੋਕਾਂ ਦੇ ਲਈ। ਸਾਰੇ ਸ਼ਬਦ ਵਰਤੇ ਗਏ ਨੇ। ਇਸ ਕਰਕੇ ਸਮਝਾਉਂਦੇ ਨੇ ਕਿ ਮੇਰਾ ਸਭ ਕੁਛ ਤੂੰ ਹੀ ਹੈ। ਤੂੰ ਮੇਰਾ ਸਖਾ, ਤੂੰ ਹੀ ਮੇਰਾ ਮੀਤ। ਮੇਰਾ ਸਖਾ ਵੀ ਤੂੰ ਹੈ, ਮੇਰਾ ਮਿੱਤਰ ਵੀ ਤੂੰ ਹੈ। ਸਖਾ ਹੁੰਦਾ ਜਿਹੜਾ, ਜਿਸ ਨੂੰ ਆਪਾਂ ਆਮ ਤੌਰ 'ਤੇ ਲੈ ਲੈਂਦੇ ਹਾਂ, ਜਿੱਥੇ ਸਾਡਾ ਖੂਨ ਦਾ ਰਿਸ਼ਤਾ ਹੁੰਦਾ ਹੈ ਸੰਸਾਰ ਦੇ ਵਿੱਚ। ਅਤੇ ਸਖਾ ਸਹੇਲੀ ਨੂੰ, ਮਿੱਤਰ ਨੂੰ ਵੀ ਕਹਿ ਦਿੰਦੇ ਹਾਂ। ਇਸ ਕਰਕੇ ਤੂੰ ਹੀ ਮੇਰਾ ਸਖਾ ਹੈ, ਤੂੰ ਹੀ ਮੇਰਾ ਮਿੱਤਰ ਹੈ। ਪਰ ਕਦੋਂ? ਇਹ ਸਾਰੀ ਅਵਸਥਾ ਜਦੋਂ ਉਸ ਪ੍ਰਭੂ ਦੇ ਨਾਲ ਮਿਲਾਪ ਹੋ ਜਾਂਦਾ, ਪ੍ਰਭੂ ਪ੍ਰਗਟ ਹੋ ਜਾਂਦਾ ਹੈ, ਫਿਰ ਉਸ ਦੇ ਨਾਲ ਇਹ ਵਿਚਾਰ, ਉਸ ਦੇ ਅੱਗੇ ਬੇਨਤੀ, ਉਸ ਦੀ ਵਡਿਆਈ। ਤੂੰ ਮੇਰਾ ਪ੍ਰੀਤਮ, ਤੁਮ ਸੰਗ ਹੀਤ। ਮੇਰਾ ਪ੍ਰੀਤਮ ਤੂੰ ਹੈ, ਮੇਰਾ ਪਤੀ। ਮੈਨੂੰ ਸਿਰਫ ਤੇਰੇ ਨਾਲ ਪਿਆਰ ਹੈ। ਤੂੰ ਮੇਰੀ ਪੱਤ, ਤੂੰ ਹੈ ਮੇਰਾ ਗਹਿਣਾ। ਮੇਰੀ ਪੱਤ, ਮੇਰਾ ਮਾਣ, ਮੇਰੀ ਇੱਜ਼ਤ ਤੂੰ ਹੈ। ਮੇਰਾ ਗਹਿਣਾ ਸ਼ਿੰਗਾਰ ਵੀ ਤੂੰ ਹੈ। ਤੁਝ ਬਿਨ ਨਿਮਖ ਨਾ ਜਾਈ ਰਹਿਣਾ। ਬਸ ਤੇਰੇ ਤੋਂ ਬਿਨਾਂ ਹੁਣ ਇੱਕ ਨਿਮਖ ਵੀ ਰਹਿਆ ਨਹੀਂ ਜਾ ਸਕਦਾ, ਕਿਉਂਕਿ ਮੇਰੇ ਵਾਸਤੇ ਤੂੰ ਹੀ ਸਾਰਾ ਕੁਛ ਹੈ। ਜਿਉਂ ਤੂੰ ਰੱਖੋ ਤਿਵ ਹੀ ਰਹਿਣਾ। ਜਦੋਂ ਉਸ ਨੂੰ ਆਪਾਂ ਸਮਰਪਿਤ ਕਰ ਦਿੰਦੇ ਕਿ ਤੇਰੇ ਤੋਂ ਬਿਨਾਂ ਮੇਰਾ ਕੋਈ ਨਹੀਂ, ਅਤੇ ਫਿਰ ਉਸ ਦੇ ਹੁਕਮ ਦੇ ਵਿੱਚ ਵੀ ਚੱਲਦੇ, ਵੀ ਜਿਵੇਂ ਤੂੰ ਰੱਖਦਾ ਉਵੇਂ ਹੀ ਮੈਂ ਰਹਿਣਾ ਹੈ। ਜਿਵੇਂ ਤੇਰਾ ਹੁਕਮ ਹੈ ਉਵੇਂ ਹੀ ਮੈਂ ਰਹਿਣਾ ਹੈ। ਜੋ ਤੁਮ ਕਹੋ ਸੋਈ ਮੋਹਿ ਕਰਨਾ। ਵੀ ਜੋ ਤੁਸੀਂ ਮੈਨੂੰ ਕਹੋਗੇ, ਜੋ ਮੈਂ ਉਹੀ ਕਰਨਾ ਹੈ, ਕਿਉਂਕਿ ਮੈਂ ਆਪਣੀ ਮੱਤ ਛੱਡ ਦਿੱਤੀ ਹੈ। ਹੁਣ ਜਿਵੇਂ ਤੁਸੀਂ ਚਲਾਉਂਗੇ ਉਵੇਂ ਮੈਂ ਚੱਲਣਾ ਹੈ। ਜਹ ਪੇਖੋ ਤਹਾਂ ਤੁਮ ਵਸਣਾ। ਹੁਣ ਜਿੱਥੇ ਵੀ ਦੇਖਦਾ ਉੱਥੇ ਤੇਰਾ ਵਾਸਾ ਹੈ, ਕਿਉਂਕਿ ਸਰਬ ਵਿਆਪਕ ਹੈ, ਹਰ ਥਾਂ 'ਤੇ ਹੈ। ਨਿਰਭਉ ਨਾਮ ਜਪੂੰ ਤੇਰਾ ਰਸਨਾ। ਰਸਨਾ ਦੁਆਰਾ ਤੇਰਾ ਨਾਮ, ਕਿਹੜਾ ਨਾਮ? ਨਿਰਭਉ, ਜੋ ਸਤਨਾਮ, ਜੋ ਲਿਖਣ ਦੇ ਵਿੱਚ ਨਹੀਂ ਹੈ, ਜੋ ਕਾਗਜ਼ ਦੇ ਉੱਤੇ ਕਲਮ ਦੁਆਰਾ ਲਿਖਿਆ ਨਹੀਂ ਜਾ ਸਕਦਾ। ਉਹ ਨਾਮ ਦਾ ਗਿਆਨ ਰਸਨਾ ਦੁਆਰਾ ਫਿਰ ਦੇਣਾ ਹੈ। ਕਿਉਂਕਿ ਕਦੋਂ ਦੇਣਾ? ਜਦੋਂ ਆਪ ਕਿਰਪਾ ਕਰੇਗਾ। ਜੋ ਕਰਨ ਨੂੰ ਕਹੇਗਾ ਉਹੀ ਕਰਨਾ ਹੈ। ਤੂੰ ਮੇਰੀ ਨਵਨਿਧ, ਤੂੰ ਭੰਡਾਰ। ਤੂੰ ਹੀ ਮੇਰਾ ਖਜ਼ਾਨਾ ਹੈ, ਨਵਨਿਧ ਨਾਮ ਦਾ ਭੰਡਾਰ ਹੈ। ਰੰਗ ਰਸਾ ਤੂੰ ਮਨੈ ਆਧਾਰ। ਹੁਣ ਤੇਰੇ ਰੰਗ
तेरा रस मेरे मन का आधार है। तू मेरी शोभा तुम संग रचिया, मेरी शोभा भी तू है क्योंकि हुण तेरे नाल रत्या गया हाँ। तू मेरी ओट, तू है मेरा तकिया, तू ही मेरी ओट आसरा है। तू ही, ते तो बिना मेरा कोई नहीं है। मन तन अंतर तू ही ते आया, मन तन विच तैनू ही ते आउंदा हाँ। मरम तो मारा गुर ते पाया, पर पाया तैनू किवें है, तेरा ज्ञान किवें होया, तेरी पहचान किवें होई। गुरद्वारा गुर लैके गुर ने किरपा करके ही तैनू मिलाया है, इस करके गुर तो ही मैं तैनू जानिया है। सतगुर ते दृढ़िया एक एक है। सतगुर सच्चा गुर लैके फिर एक नू दृढ़ कीता। नानक दास हर 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 टेक। ते ऐसे जन जेड़े तेरी टेक रखते ने, तेरे दास ने, उन्हां तो गुर लैके दृढ़ कीता ते फिर तैनू जानिया है। ते हुण तैनू ही ते आउंदा हाँ। पहला भी तैनू ते आया है, तैनू ही ते आउंदे। तू ही मेरा सब कुछ है, दूजा नहीं। क्योंकि प्रभु तो बिना इत्थे दूजा अपना कोई है नहीं। बेशक आपां सारे प्रभु दे ही हाँ, सब नू पालनहार, सारिਆਂ ਨੂੰ ਅੱਗੇ ਦਰਗਾਹ ਦੇ ਵਿੱਚ ਵਸਾਉਣ ਵਾਲਾ, ਸਭ ਨੂੰ ਮੁਕਤੀ ਦੇਣ ਵਾਲਾ ਇੱਕ ਪਰਮੇਸ਼ਰ ਹੈ। ਆਪਾਂ ਸਾਰੇ ਉਸ ਦੇ ਨਾਲ ਜੁੜਦੇ ਹਾਂ। ਉਹ ਸਰਬ ਵਿਆਪਕ ਹੈ। ਸਾਰਾ ਸੰਸਾਰ ਹੀ ਉਸ ਦੇ ਨਾਲ ਜੁੜ ਸਕਦਾ ਹੈ, ਸਾਰਾ ਸੰਸਾਰ ਹੀ ਉਸ ਦੇ ਦਰਸ਼ਨ ਕਰ ਸਕਦਾ ਹੈ। ਇੱਕ ਅਕਾਲ ਮੂਰਤ ਦੇ ਆਪਾਂ ਸਾਰੇ ਦਰਸ਼ਨ ਕਰ ਸਕਦੇ ਹਾਂ, ਸਾਰੇ ਉਸ ਦੇ ਰੰਗ ਨੂੰ ਮਾਣ ਸਕਦੇ ਹਾਂ। ਇਸ ਕਰਕੇ ਉਸ ਪ੍ਰਭੂ ਤੋਂ ਬਿਨਾਂ ਦੂਜਾ ਆਪਾਂ ਨਾ ਧਿਆਉਣਾ ਹੈ, ਨਾ ਉਸ ਕਿਸੇ ਨੂੰ ਹੋਰ ਆਪਾਂ ਮੰਨਣਾ ਹੈ। ਸਿਰਫ ਇੱਕ ਪਰਮੇਸ਼ਰ ਨੂੰ ਜਾਣਨਾ ਹੈ, ਪਰਮੇਸ਼ਰ ਦੇ ਹੋਣਾ ਹੈ, ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਚੱਲਣਾ ਹੈ। अगला शब्द गौड़ी कुआरेरी महला पंजवां। आस पढ़ते हाँ, रहो पंक्ति विचारते हाँ। पहला माया व्यापत बहु प्रकारी। संसार नूं जिहड़ी माया है, माया बहुत तरह की है, बहुत प्रकार की माया है। अपने अपने तरीके द्वारा माया सानू अलझा लैंदी है, सानू व्यापदी है। आके इत्थे ही समझाया है शब्द दे विच भी किहड़े किहड़े तरीकों द्वारा सानू माया आके व्यापदी है, जिहड़ी साडे मन नू परमेश्वर दे नालों तोड़ लैंदी है। माया व्यापत बहु प्रकारी, संत जीवै प्रभ ओट तुम्हारी। पर संत ने जिहड़े ਉਹ तेरे आसरे नाल चलते हैं, इस करके उन्होंने माया नहीं व्यापती। नहीं तो माया व्यापती है जीवां नूं बहुत तरीके द्वारा आके मन नूं फसा लैंदी है। जिवें बाबा कबीर जी समझाउंदे ने कि माया जिहड़ी है ये चोरटी है। ये अपने बखरे बखरे तरीके नाल अपनी हाट दुकान लाउंदी है, फसाउंदी है सानूं। पर बाबा कबीर जी कहते कि साडे हुण सातों दूर रहिंदी है, सानू ये नहीं ठग सकती। कबीर माया होई चोरटी, मुस मुस लावै हाट। एक कबीरा नह मुसै जिन कीनी 12 बाट। भी सातों नेड़े नहीं आउंदी क्योंकि सातों दूर रहिंदी है। माया दा रस्ता वखरा है ते साडे मन दा ध्यान दा मार्ग वखरा है।
ਇਸ ਕਰਕੇ ਸਮਝਾਉਂਦੇ ਨੇ ਵੀ ਜਿਹੜੇ ਸੰਤ ਨੇ ਉਸ ਪ੍ਰਭੂ ਦੀ ਓਟ 'ਤੇ ਚੱਲਦੇ ਨੇ, ਪ੍ਰਭੂ ਦੇ ਆਸਰੇ ਨਾਲ ਚੱਲਦੇ ਨੇ, ਉਹੀ ਸਿਰਫ ਇਸ ਤੋਂ ਬਚਦੇ ਨੇ, ਨਹੀਂ ਇਹ ਵਿਆਪਦੀ ਹੈ। ਕਿਵੇਂ ਕਿਵੇਂ ਵਿਆਪਦੀ ਹੈ? ਵਿਆਪਤ ਹਰਖ ਸੋਗ ਵਿਸਥਾਰ। ਕਿਸੇ ਨੂੰ ਖੁਸ਼ੀ ਆ ਗਈ, ਕਿਤੇ ਗਮੀ ਆ ਗਈ ਜੀਵਨ ਦੇ ਵਿੱਚ, ਕਿਉਂਕਿ ਖੁਸ਼ੀ ਸਾਨੂੰ ਪਾਉਂਦੀ ਹੈ, ਗਮੀ ਨਹੀਂ ਪਾਉਂਦੀ। ਇਸ ਕਰਕੇ ਸਾਡੇ ਮਨ ਦੀ ਸਥਿਤੀ ਨੂੰ, ਸੰਤੁਲਨ ਨੂੰ ਵਿਗਾੜ ਦਿੰਦੀ ਹੈ ਮਾਇਆ ਆ ਕੇ। ਖੁਸ਼ੀ ਆ ਜਾਂਦੀ ਹੈ ਜ਼ਿਆਦਾ ਜਾਂ ਗਮੀ ਆ ਜਾਂਦੀ ਹੈ, ਇਹ ਫਿਰ ਮਨ ਨੂੰ ਸੰਤੁਲਨ ਵਿਗਾੜ ਦਿੰਦੀ ਹੈ। ਵਿਆਪਤ ਸੁਰਗ ਨਰਕ ਅਵਤਾਰ। ਸੁਰਗ ਤੇ ਨਰਕ ਦੋ ਹੀ ਜੀਵਾਂ ਦੇ ਮਨ ਵਿੱਚ ਵਸਦੇ ਨੇ, ਤੇ ਜੀਵ ਡਰਦਾ ਹੈ ਕਿ ਨਰਕ ਨਾ ਚਲੇ ਜਾਈਏ, ਸੁਰਗ ਦੇ ਵਾਸਤੇ ਕਰਮ ਕਰਦਾ ਹੈ, ਤੇ ਫਿਰ ਉੱਥੇ ਫਿਰ ਮਾਇਆ 'ਚ ਫਸ ਜਾਂਦਾ ਹੈ। ਕਿਉਂਕਿ ਜਿਹੜੇ ਇਹ ਜੀਵਨ ਹੈ, ਆਪਣਾ ਬਾਰੇ ਸਮਝਾਇਆ ਹੈ ਕਿ ਆਪਾਂ ਮੋਕਸ਼ ਨੂੰ ਪ੍ਰਾਪਤ ਕਰਨਾ ਹੈ, ਮੁਕਤੀ ਲੈਣੀ ਹੈ। ਨਰਕ ਸੁਰਗ ਦੋਨੋਂ ਅਸੀਂ ਛੱਡਣੇ ਨੇ। ਜਿਵੇਂ ਬਾਬਾ ਕਬੀਰ ਜੀ ਸਮਝਾਉਂਦੇ ਨੇ, ਕਬੀਰ ਨਰਕ ਸੁਰਗ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਹਰ ਆਦ। ਲੇਕਿਨ ਇੱਥੇ ਸੰਸਾਰ ਨੂੰ ਪੁੰਨ ਦਾਨ ਹੋਰ ਕਰਕੇ ਵੀ ਸਵਰਗ ਜਾਣਾ ਹੈ, ਨਹੀਂ ਨਰਕ ਚਲੇ ਜਾਵਾਂਗੇ, ਇਹ ਮਾਇਆ ਦੇ ਵਿਚਾਰ ਵੀ ਜੀਵ ਨੂੰ ਜਿਹੜਾ ਹੈ ਪਾਉਂਦੇ ਨੇ ਭਰਮ ਦੇ ਵਿੱਚ, ਵਿਆਪਦੇ ਨੇ, ਮਨ ਦਾ ਸੰਤੁਲਨ ਵਿਗਾੜ ਦਿੰਦੇ ਨੇ। ਵਿਆਪਤ ਧਨ ਨਿਰਧਨ ਭੇਖ ਸੋਭਾ। ਤੇ ਕਿਤੇ ਆਪਾਂ ਜੀਵ ਧਨਵੰਤੇ ਨੂੰ ਦੇਖਦਾ ਹੈ, ਫਿਰ ਵੀ ਮਾਇਆ ਦੇ ਵਿਚਾਰ ਮਨ ਨੂੰ ਉਲਝਾ ਲੈਂਦੇ ਨੇ। ਕਿਤੇ ਕਿਸੇ ਜ਼ਿਆਦਾ ਗਰੀਬ ਨੂੰ ਦੇਖਦਾ ਹੈ, ਤੇ ਇੱਦਾਂ ਫਿਰ ਫਰਕ ਦੇਖਦਾ ਹੈ, ਸੰਸਾਰਿਕ ਸੋਭਾ ਭਾਲਦਾ ਹੈ। ਇਹ ਸਾਰੀਆਂ ਚੀਜ਼ਾਂ ਮਨ ਨੂੰ ਫਸਾ ਲੈਂਦੀਆਂ ਨੇ। ਮੂਲ ਵਿਆਧੀ ਵਿਆਪਸ ਲੋਭਾ। ਤੇ ਇੱਦਾਂ ਫਿਰ ਲੋਭ ਦੇ ਵਿੱਚ ਫਸਦਾ ਹੈ, ਤੇ ਮੂਲ ਨੂੰ ਭੁੱਲ ਜਾਂਦਾ ਹੈ। ਮਾਇਆ ਵਿਆਪਤ ਅਹ ਬੁੱਧ ਕਾ ਮਾਤਾ। ਹੰਕਾਰ ਦਾ ਮਾਤਾ ਜੀਵ, ਇਸ ਨੂੰ ਵੀ ਮਾਇਆ ਵਿਆਪਦੀ ਹੈ। ਵਿਆਪਤ ਪੁੱਤਰ ਕਲੱਤਰ ਸੰਗਰਾਤਾ। ਕੋਈ ਪੁੱਤਰ ਦੇ ਨਾਲ ਜਾਂ ਪੁੱਤਰਾਂ ਪਰਿਵਾਰ ਦੇ ਨਾਲ ਜੀਵ, ਇਹ ਵੀ ਮਾਇਆ ਉਸ ਨੂੰ ਵਿਆਪਦੀ ਹੈ ਜਦ ਤੱਕ ਮਨ ਮਾਇਆ ਦੇ ਵਿੱਚ ਫਸਿਆ ਹੈ। ਕਿਉਂਕਿ ਵਿੱਚ ਰਹਿ ਕੇ ਹੀ ਇੱਕ ਸਿੱਖਣਾ ਹੁੰਦਾ ਆਪਾਂ ਤਰੀਕਾ, ਕਿ ਸਾਰਿਆਂ ਦੇ ਵਿੱਚ ਰਹਿ ਕੇ ਵੀ ਕਿਵੇਂ ਆਪਾਂ ਫਿਰ ਨਿਰਲੇਪ ਰਹਿਣਾ ਹੈ। ਵਿਆਪਤ ਹਸਤ ਘੋੜੇ ਅਰਬਸਤਾ। ਸੰਸਾਰਿਕ ਸਵਾਰੀਆਂ, ਬਸਤਰ, ਸੋਹਣੇ ਬਸਤਰ, ਇਹ ਵੀ ਜੀਵ ਨੇ ਵਿਆਪਦੇ ਨੇ, ਇਹ ਵੀ ਮਨ ਨੂੰ ਆਪਣੇ ਜਾਲ 'ਚ ਫਸਾ ਲੈਂਦੇ ਨੇ, ਮਨ ਦਾ ਸੰਤੁਲਨ ਵਿਗਾੜ ਦਿੰਦੇ ਨੇ। ਵਿਆਪਤ ਰੂਪ ਜੋਬਨ ਮਦਮਸਤਾ। ਰੂਪ ਜਵਾਨੀ ਦਾ ਨਸ਼ਾ ਜਿਹੜਾ, ਇਹ ਵੀ ਸਾਡੇ ਮਨ ਦਾ ਸੰਤੁਲਨ ਵਿਗਾੜਦਾ ਹੈ, ਮਨ ਨੂੰ ਭੜਕਾ ਦਿੰਦਾ ਹੈ। ਇਹ ਵੀ ਮਾਇਆ ਵਿਆਪਦੀ ਹੈ। ਇਹਨਾਂ ਰੂਪਾਂ ਦੇ ਵਿੱਚ ਮਾਇਆ ਮਨ ਨੂੰ ਵਿਆਪਦੀ ਹੈ। ਵਿਆਪਤ ਭੂਮ ਰੰਗ ਅਰ ਰੰਗਾ। ਇੱਦਾਂ ਹੀ ਕਿਤੇ ਧਨ ਦੌਲਤ ਮਿਲ ਜਾਂਦੀ ਹੈ, ਕਿਤੇ ਚਲੇ ਜਾਂਦੀ ਹੈ। ਕੋਈ ਅਮੀਰ ਬਣ ਜਾਂਦਾ ਹੈ, ਕਿਤੇ ਗਰੀਬ ਹੋ ਜਾਂਦਾ ਹੈ। ਇੱਦਾਂ ਮਨ ਨੂੰ, ਕਿਉਂਕਿ ਇੱਕ ਚੀਜ਼ ਸਾਨੂੰ ਪਾਉਂਦੀ, ਇੱਕ ਨਹੀਂ ਪਾਉਂਦੀ, ਪਰ ਮਨ ਇੱਦਾਂ ਉਲਝ ਜਾਂਦਾ ਹੈ। ਮਨ ਜਿਹੜਾ ਹੈ ਆਪਣੇ ਸੰਤੁਲਨ ਨੂੰ ਵਿਗਾੜ ਲੈਂਦਾ ਹੈ। ਵਿਆਪਤ ਗੀਤ ਨਾਦ ਸੁਣ ਸੰਗਾ। ਨਾਦ ਗੀਤ ਸੁਣ ਕੇ ਜੀਵ
ਮਨ ਵਿਆਪਦੀ ਹੈ। ਮਾਇਆ ਵਿਚਾਰਾਂ ਨੂੰ ਸੁਣ ਕੇ ਮਨ ਵਿਚਾਰਾਂ ਦੇ ਵਿੱਚ ਫਸਦਾ ਹੈ। ਵਿਆਪਤ ਸੇਜ ਮਹਿਲ ਸ਼ਿਗਾਰ, ਮਹਿਲ, ਸੇਜਾਂ, ਪਲੰਗ, ਇਹ ਚੀਜ਼ਾਂ ਵੀ ਜਿਹੜੀਆਂ ਨੇ ਇਹ ਮਾਇਆ ਦੇ ਰੂਪ ਦੇ ਵਿੱਚ ਆ ਕੇ ਮਨ ਨੂੰ ਵਿਆਪਦੀਆਂ ਨੇ। ਸ਼ਿਗਾਰ ਕਰਨਾ। ਪੰਜ ਦੂਤ ਵਿਆਪਤ ਅੰਧਿਆਰ, ਇੱਦਾਂ ਜਿਹੜੇ ਪੰਜ ਚੋਰ ਨੇ ਇਹ ਵੱਖ ਵੱਖ ਰੂਪ ਦੇ ਵਿੱਚ ਆ ਕੇ ਇਹਨਾਂ ਦੁਆਰਾ ਸਾਡੇ ਮਨ ਨੂੰ ਵਿਆਪਦੇ ਨੇ ਅਗਿਆਨਤਾ ਦੇ ਅੰਧੇਰੇ ਕਰਕੇ। ਵਿਆਪਤ ਕਰਮ ਕਰੇ ਹੋਂ ਫਾਸਾ, ਮਾਇਆ ਇਸ ਤਰੀਕੇ ਨਾਲ ਵੀ ਆ ਕੇ ਮਨ ਨੂੰ ਫਸਾ ਲੈਂਦੀ ਹੈ, ਵਿਆਪਦੀ ਹੈ। ਜਦੋਂ ਜੀਵ ਕਹਿੰਦਾ ਹੈ ਹੰਕਾਰ ਦੇ ਵਿੱਚ ਵੀ ਆ ਕਰਮ ਮੈਂ ਕੀਤਾ ਹੈ, ਫਿਰ ਵੀ ਜੀਵ ਫਸਦਾ ਹੈ। ਵਿਆਪਤ ਗ੍ਰਸਤ, ਵਿਆਪਤ ਉਦਾਸਾ, ਗ੍ਰਸਤ ਮਾਰਗ ਦੇ ਵਿੱਚ ਜਾਂ ਗ੍ਰਸਤ ਤੋਂ ਰਹਿਤ ਹੋ ਕੇ ਵੀ ਜੀਵ ਫਸਦਾ ਹੈ, ਕਿਉਂਕਿ ਗੁਰ ਦੇ ਗਿਆਨ ਤੋਂ ਬਿਨਾਂ। ਇਹ ਵੀ ਸਾਰਾ ਮਾਇਆ ਹੈ। ਚਾਹੇ ਕੋਈ ਗ੍ਰਸਤ ਜੀਵਨ ਦੇ ਵਿੱਚ ਹੈ, ਚਾਹੇ ਗ੍ਰਸਤ ਨਹੀਂ ਅਪਣਾਇਆ, ਉਹ ਵੀ ਹਉਮੈ ਦੇ ਵਿੱਚ ਫਸਦਾ ਹੈ। ਉਸ ਨੂੰ ਵੀ ਮਾਇਆ ਵਿਆਪਦੀ ਹੈ। ਆਚਾਰ ਵਿਵਹਾਰ ਵਿਆਪਤ ਇਹ ਜਾਤ, ਇੱਦਾਂ ਸੰਸਾਰ ਦੇ ਆਚਾਰ ਵਿਹਾਰਾਂ ਦੇ ਵਿੱਚ ਜਾਂ ਜਾਤ ਦੇ ਵਿੱਚ, ਇਹਨਾਂ ਦੇ ਵਿੱਚ ਵੀ ਮਾਇਆ ਵਿਆਪਦੀ ਹੈ, ਕਿਉਂਕਿ ਮਾਇਆ ਦੇ ਬਹੁਤ ਸਾਰੇ ਰੂਪ ਨੇ। ਸਭ ਕੁਛ ਵਿਆਪਤ ਬਿਨ ਹਰ ਰੰਗ ਰਾਤ, ਇਹ ਸਾਰਾ ਕੁਛ ਕਦੋਂ ਤੱਕ ਵਿਆਪਦਾ ਹੈ? ਜਦ ਤੱਕ ਮਨ ਹਰੀ ਦੇ ਰੰਗ ਦੇ ਵਿੱਚ ਨਹੀਂ ਰਤਿਆ ਜਾਂਦਾ। ਜਦੋਂ ਮਨ ਹਰੀ ਰੂਪ ਹੋ ਜਾਂਦਾ, ਉਹਦੇ ਰੰਗ 'ਚ ਰਤਿਆ ਜਾਂਦਾ ਹੈ, ਫਿਰ ਇਹ ਚੀਜ਼ਾਂ ਮਨ ਨੂੰ ਵਿਆਪਦੀਆਂ ਨਹੀਂ, ਮਨ ਨੂੰ ਫਸਾ ਨਹੀਂ ਸਕਦੀਆਂ। ਉਦੋਂ ਤੱਕ ਵਿਆਪਦੀ ਹੈ ਮਾਇਆ ਸਾਰੀ ਜਦ ਤੱਕ ਮਨ ਹਰੀ ਦੇ ਰੰਗ ਦੇ ਵਿੱਚ ਨਹੀਂ ਰਤਿਆ। ਸੰਤਨ ਕੈ ਬੰਧਨ ਕਾਟੇ ਹਰ ਰਾਏ, ਜਿਹੜੇ ਉਸਦੇ ਸੰਤ ਨੇ ਉਹਨਾਂ ਦੇ ਇਹ ਬੰਧਨ ਮਾਇਆ ਦੇ ਆਪ ਮਾਲਕ ਕੱਢ ਦਿੰਦਾ ਹੈ। ਤਾ ਕੋ ਕਹਾਂ ਵਿਆਪੈ ਮਾਏ, ਫਿਰ ਉਸ ਨੂੰ ਮਹਾਰਾਜ ਕਹਿੰਦੇ ਮਾਇਆ ਕਿਵੇਂ ਵਿਆਪੇਗੀ? ਕਿਉਂਕਿ ਆਪ ਪ੍ਰਭੂ ਉਹਨਾਂ ਦੇ ਬੰਧਨ ਕੱਢਦਾ ਹੈ। ਕਹੋ ਨਾਨਕ ਜਿਨ ਧੂਰ ਸੰਤ ਪਾਈ, ਤੇ ਸਮਝਾਉਂਦੇ ਨੇ ਵੀ ਜਿਨ੍ਹਾਂ ਨੇ ਫਿਰ ਐਸੇ ਸੰਤ ਜਿਨ੍ਹਾਂ ਦੇ ਆਪ ਮਾਲਕ ਨੇ ਬੰਧਨ ਕੱਟੇ ਨੇ, ਉਹਨਾਂ ਤੋਂ ਜੇ ਆਪਾਂ ਗਿਆਨ ਲੈ ਕੇ ਬਚਨ ਲੈ ਕੇ ਕਮਾ ਲਈਏ, ਉਹਨਾਂ ਦੀ ਧੂਰੀ ਪ੍ਰਾਪਤ ਕਰ ਲਈਏ, ਕੀ ਹੁੰਦਾ? ਬਚਨ। ਉਹਨਾਂ ਤੋਂ ਉਹ ਗੁਰ ਬਚਨ ਗੁਰ ਗਿਆਨ ਸੁਣ ਲਈਏ, ਮੰਨ ਲਈਏ, ਤਾਂ ਕਿ ਨਿਕਟ ਨਾ ਆਵੇ ਮਾਈ। ਵੀ ਇਹ ਜਿਹੜੀ ਮਾਇਆ ਇੰਨੇ ਪ੍ਰਕਾਰ ਦੀ ਮਾਇਆ ਉਹਨਾਂ ਨੂੰ ਨਹੀਂ ਵਿਆਪਦੀ, ਉਹਨਾਂ ਦੇ ਨੇੜੇ ਨਹੀਂ ਆਉਂਦੀ, ਜਿਹੜੇ ਸੰਤਾਂ ਤੋਂ ਗਿਆਨ ਲੈ ਕੇ ਗੁਰ ਲੈ ਕੇ ਮਨ ਵਿੱਚ ਵਸਾ ਲੈਂਦੇ ਨੇ, ਮੰਨ ਕੇ ਕਮਾ ਲੈਂਦੇ ਨੇ। ਫਿਰ ਉਹਨਾਂ ਵਾਸਤੇ ਹਰ ਸੋਗ ਖੁਸ਼ੀ ਗਮੀ ਅਮੀਰੀ ਗਰੀਬੀ ਸਾਰਾ ਕੁਛ ਸਮ ਹੋ ਜਾਂਦਾ ਹੈ, ਮਨ ਡੋਲਦਾ ਨਹੀਂ ਹੈ, ਕਿਉਂਕਿ ਦੋਨਾਂ ਨੂੰ ਬਰਾਬਰ ਰੱਖ ਕੇ ਚੱਲਣਾ ਆ ਜਾਂਦਾ ਹੈ। ਅਤੇ ਇਹ ਫਿਰ ਮਨ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਮਨ ਨੂੰ ਇਹ ਮਾਇਆ ਫਸਾ ਨਹੀਂ ਸਕਦੀ। ਜਿਵੇਂ ਬਾਬਾ ਨਾਮਦੇਵ ਜੀ ਕਹਿੰਦੇ ਨੇ ਕਿ ਜੇ ਤੂੰ ਸਾਨੂੰ ਰਾਜ 'ਤੇ ਬਿਠਾ ਦੇਂਗਾ ਤਾਂ ਕਿਹੜੀ ਵਡਿਆਈ ਮਿਲ ਗਈ, ਕਿਉਂਕਿ ਉਹ ਵੀ ਮੇਰਾ ਨਹੀਂ, ਉਹ ਵੀ ਤੇਰਾ ਦਿੱਤਾ ਹੋਇਆ ਹੈ। ਜੇ ਤੂੰ ਮੈਨੂੰ ਮੰਗਤਾ ਬਣਾ ਦੇਂਗਾ ਤਾਂ ਮੇਰਾ ਕਿਆ ਕਰ ਜਾਏਗਾ? ਜੇ ਰਾਜ ਬਹਾਲੇ ਤਾਂ ਕਵਣ ਵਡਾਈ, ਜੇ ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਕਿਉਂਕਿ ਪਰ ਕਰਨਾ ਕਿਸ ਨੇ? ਦੋਨੋਂ ਕੰਮ ਉਸ ਪ੍ਰਭੂ ਨੇ। ਜਦੋਂ ਪਤਾ ਚੱਲ ਜਾਂਦਾ ਹੈ ਫਿਰ ਮਨ ਇਹਨਾਂ ਤੋਂ ਮਾਇਆ ਦੇ ਵਿੱਚ ਨਹੀਂ ਫਸਦਾ। ਦੁੱਖ ਸੁੱਖ ਭੁੱਖ ਇਹ ਵੀ ਫਿਰ ਦਾਤ ਬਣ ਜਾਂਦੀ ਹੈ। ਕੇਤੇ ਦੁੱਖ ਭੁੱਖ ਸਦਮਾਰ, ਇਹ ਵੀ ਦਾਤ ਤੇਰੀ ਦਤਾਰ। ਸੋ ਇਸ ਕਰਕੇ ਫਿਰ ਇਹ ਮਾਇਆ ਨਹੀਂ ਵਿਆਪਦੀ, ਨਹੀਂ ਜੀਵਾਂ ਨੂੰ ਇਹੀ ਮਾਇਆ ਦੇ ਵਿੱਚ ਉਲਝਿਆ ਹੈ, ਇਹ ਫਸਾ ਲੈਂਦੀ ਹੈ। ਦੁੱਖ ਆ ਗਿਆ
ਜੀਵ ਕਹਿੰਦਾ ਹੈ ਮੈਂ ਤਾਂ ਪਾਠ ਪੂਜਾ ਵੀ ਕਰਦਾ, ਮੈਨੂੰ ਵੀ ਦੁੱਖ ਆਉਂਦਾ ਹੈ, ਫਿਰ ਮੇਰੇ ਪਾਠ ਪੂਜਾ ਕਰਨ ਦਾ ਕੀ ਫਾਇਦਾ ਹੈ। ਫਿਰ ਉਸਨੇ ਪਾਠ ਹੀ ਕੀਤਾ, ਕੀ ਕੀਤਾ ਜੇ ਉਸਨੂੰ ਦੁੱਖ ਆਏ ਤੇ ਰੋਸਾ ਹੈ। ਕਿ ਉਹ ਮਹਾਰਾਜ ਸਮਝਾਉਂਦੇ ਨੇ, ਦੁੱਖ ਸੁਖ ਪ੍ਰਭ ਦੇਵਨਹਾਰ, ਜੇ ਭੁੱਖ ਦੇਤਾ ਤੁਝੇ ਜੇ ਸੁਖ ਦੇਤਾ ਤੁਝੇ ਰਾਧੀ, ਦੁੱਖ ਵੀ ਤੁਝੇ ਤਿਹਾਈ, ਜੇ ਭੁੱਖ ਦੇਤਾ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਫਿਰ ਆਪਾਂ ਬਾਣੀ ਕੀ ਪੜ੍ਹੀ, ਜੇ ਡੋਲੀਏ ਦੁੱਖ ਆਏ ਤੇ ਇਸ ਕਰਕੇ ਮਹਾਰਾਜ ਸਮਝਾਉਂਦੇ ਨੇ, ਜਿਨ੍ਹਾਂ ਨੂੰ ਜਨਾ ਦਿੰਦਾ ਉਹ ਫਿਰ ਉਹਨਾਂ ਦੇ ਇਹ ਨੇੜੇ ਨਹੀਂ ਆਉਂਦੀ। ਅਗਲਾ ਸ਼ਬਦ ਗੌੜੀ ਗੁਆਰੇਰੀ, ਮਹੱਲਾ ਪੰਜਵਾਂ। ਹੁਣ ਦੱਸਦੇ ਨੇ ਇਸ ਸ਼ਬਦ ਦੇ ਵਿੱਚ ਵੀ ਕਿਵੇਂ ਸਾਨੂੰ ਇਹ ਜਦੋਂ ਇਹ ਮਾਇਆ ਵਿਆਪਦੀ ਹੈ ਨਾ, ਕਿਵੇਂ ਫਿਰ ਇਹ ਪੰਜ ਚੋਰ ਸਾਡੇ ਸਵਾਸਾਂ ਰੂਪੀ ਧਨ ਨੂੰ ਲੁੱਟਦੇ ਨੇ, ਤੇ ਕੌਣ ਆਪਣੇ ਇਸ ਸਵਾਸਾਂ ਰੂਪੀ ਧਨ ਨੂੰ ਬਚਾ ਲੈਂਦਾ ਹੈ। ਜੋ ਨਾਮ ਵਸਤੂ ਹੈ, ਅੰਮ੍ਰਿਤ ਹੈ, ਉਸ ਨੂੰ ਕੌਣ ਬਚਾ ਲੈਂਦਾ ਹੈ। ਇਸ ਸ਼ਬਦ ਦੇ ਵਿੱਚ ਸਮਝਾਉਂਦੇ ਨੇ। ਔਰ ਉਹ ਪੰਕਤੀ ਪਹਿਲਾਂ ਵਿਚਾਰ ਲਈਏ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ। ਇਹ ਗ੍ਰਹਿ ਕਿਹੜਾ ਹੈ? ਇਹ ਸਾਡਾ ਸਰੀਰ ਜਿਹੜਾ ਹੈ 10 ਦੁਆਰਾਂ ਦਾ ਹੈ। ਜਦ ਤੱਕ 9 ਦੁਆਰਾਂ ਤੱਕ ਆਪਾਂ ਸੀਮਤ ਹਾਂ, ਉਨੀ ਦੇਰ ਮਨ ਸੁੱਤਾ ਹੈ। 3 ਗੁਣਾਂ ਦੇ ਵਿੱਚ ਮਨ ਸੁੱਤਾ ਹੈ, ਚੌਥੇ ਪਦ ਦੇ ਵਿੱਚ ਮਨ ਜਾਗਦਾ ਹੈ। ਇਸ ਕਰਕੇ ਸਮਝਾਉਂਦੇ ਨੇ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹੇ। ਉਹ ਫਿਰ ਨਾਮ ਰੂਪੀ ਜਿਹੜੀ ਵਸਤ ਹੈ, ਸਾਡਾ ਧਨ ਹੈ, ਖਜ਼ਾਨਾ ਹੈ, ਉਸ ਨੂੰ ਪ੍ਰਾਪਤ ਕਰ ਲੈਂਦਾ ਹੈ। ਅਤੇ ਜਿਹੜੇ ਜੀਵ ਸੁੱਤੇ ਨੇ, ਉਹਨਾਂ ਦਾ ਧਨ, ਉਹਨਾਂ ਦੀ ਵਸਤੂ ਕੀਮਤੀ ਜਾਂ ਉਹਨਾਂ ਦਾ ਇਹ ਅਮੁੱਲ ਜੀਵਨ ਪੰਜ ਚੋਰ ਲੁੱਟ ਲੈਂਦੇ ਨੇ। ਪਰ ਸੌਂਦਾ ਕਿਵੇਂ ਹੈ, ਉਹ ਫਿਰ ਸਾਨੂੰ ਸਮਝਾਉਂਦੇ ਨੇ। ਨੈਣੋ ਨੀਂਦ ਪ੍ਰਦ੍ਰਿਸ਼ਟ ਵਿਕਾਰ। ਨੈਣਾਂ ਨੂੰ, ਨੇਤਰਾਂ ਨੂੰ, ਜਿਵੇਂ ਆਪਾਂ ਰਾਤ ਨੂੰ ਸੌਂ ਜਾਂਦੇ ਹਾਂ, ਉਹ ਸੌਣਾ ਹੈ। ਲੇਕਿਨ ਇੱਥੇ ਮਨ ਦਾ ਸੌਣਾ ਕਿਵੇਂ ਹੈ, ਜਿਹਦਾ ਸੰਸਾਰ 'ਚ ਆ ਕੇ ਮਨ ਸੌਂ ਜਾਂਦਾ ਹੈ 3 ਗੁਣਾਂ ਦੇ ਵਿੱਚ। ਨੇਤਰਾਂ ਨੂੰ ਪਰਾਇਆ ਰੂਪ, ਪਰਾਇਆ ਧਨ, ਪਰਾਈਆਂ ਚੀਜ਼ਾਂ ਦੇਖ ਕੇ ਵਿਕਾਰਾਂ ਨੂੰ ਨੇਤਰ ਸੌਂ ਜਾਂਦੇ ਨੇ। ਨੈਣੋ ਨੀਂਦ ਪ੍ਰਦ੍ਰਿਸ਼ਟ ਵਿਕਾਰ। ਸਰਵਣ ਸੋਏ ਸੁਣਨਿੰਦ ਵਿਚਾਰ। ਨੇਤਰ ਦੇਖ ਪਰਾਇਆ ਧਨ, ਪਰਾਇਆ ਤਨ, ਪਰਾਇਆ ਰੂਪ ਦੇਖ ਕੇ ਸੌਂ ਗਏ। ਅਤੇ ਕੰਨ ਸੰਸਾਰ ਦੀਆਂ ਗੱਲਾਂ ਸੁਣ ਕੇ, ਨਿੰਦਾ ਚੁਗਲੀ ਸੁਣ ਕੇ ਹੀ ਸੌਂ ਜਾਂਦੇ ਨੇ, ਕਿਉਂਕਿ ਨਾਮ ਦੀ ਗੱਲ ਨਹੀਂ ਸੁਣਦੇ। ਨੇਤਰਾਂ ਦੁਆਰਾ ਪਰਮੇਸ਼ਰ ਨੂੰ ਦੇਖਣ ਦਾ ਯਤਨ ਨਹੀਂ ਕਰਦੇ, ਕਿਉਂਕਿ ਸੰਸਾਰ ਨੂੰ ਦੇਖਦੇ ਹਾਂ। ਅਤੇ ਕੰਨਾਂ ਦੁਆਰਾ ਸੰਸਾਰ ਦੀਆਂ ਗੱਲਾਂ, ਵੈਰ ਵਿਰੋਧ, ਨਫ਼ਰਤ, ਇੱਥੇ ਸਾਡੇ ਕੰਨ ਸੌਂ ਜਾਂਦੇ ਨੇ। ਰਸਨਾ ਸੋਈ ਲੋਭ ਮੀਠੇ ਸਾਧ। ਜਿਸ ਰਸਨਾ ਨੇ ਪ੍ਰਭੂ ਦੇ ਗੁਣ ਗਾਉਣੇ ਸੀ, ਉਸ ਰੰਗ ਨੂੰ, ਉਸ ਸਵਾਦ ਨੂੰ ਮਾਣਨਾ ਸੀ, ਉਹ ਸੌਂ ਜਾਂਦੀ ਹੈ ਸੰਸਾਰਿਕ ਭੋਜਨਾਂ ਦੇ ਵਿੱਚ, ਜਾਂ ਲੋਭ ਦੇ ਵਿੱਚ, ਲਾਲਚ ਦੇ ਵਿੱਚ, ਮਿੱਠੇ ਸਵਾਦਾਂ ਦੇ ਵਿੱਚ। ਮਨ ਸੋਇਆ ਮਾਇਆ ਬਿਸਮਾਦ। ਮਨ ਇਸ ਮਾਇਆ, ਤਨ ਦੀ ਮਾਇਆ, ਜੋਬਨ, ਜੋ ਵੀ ਕਿੰਨੀ ਆਪਾਂ ਜਿਹੜੀ ਮਾਇਆ ਹੈ ਪਹਿਲਾਂ ਵਿਚਾਰ ਕੇ ਆਏ ਹਾਂ, ਮਨ ਉਹਦੇ ਵਿੱਚ ਸੌਂ ਜਾਂਦਾ ਹੈ, ਕਿਉਂਕਿ ਉਹ ਇਸ ਨੂੰ ਵਿਆਪਦੀ ਹੈ। ਅਤੇ ਜਿਹੜਾ ਜਾਗੇਗਾ ਇੱਥੇ, ਉਸ ਨੂੰ ਆਪਣੀ ਸਾਬਤ ਵਸਤ ਪ੍ਰਾਪਤ ਹੁੰਦੀ ਹੈ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹੇ। ਸਗਲ ਸਹੇਲੀ ਆਪਣੇ ਰਸ ਮਾਤੀ। ਸਾਰੇ ਜੀਵ ਨੇ ਜਿਹੜੇ, ਕਿਉਂਕਿ ਆਪਾਂ ਸਾਰਿਆਂ ਨੂੰ ਨਾਰੀ ਕਿਹਾ ਹੈ ਅਤੇ ਪਰਮੇਸ਼ਰ ਪੁਰਖ ਹੈ, ਇਸ ਕਰਕੇ ਜਿੰਨੇ ਸਖੀ ਸਹੇਲੀਆਂ ਨੇ, ਸਾਰੀਆਂ ਸੁੱਤੀਆਂ ਨੇ ਆਪਣੇ ਰਸ ਦੇ ਵਿੱਚ। ਪਰਮੇਸ਼ਰ ਦਾ ਰਸ ਨਹੀਂ, ਆਪਣਾ ਰਸ। ਬਹੁਤ ਤਰ੍ਹਾਂ ਦੇ ਰਸ ਨੇ, ਜਿਹੜਾ ਆਪਾਂ ਪੂਰੀ ਵਿਚਾਰਿਆ ਕੇ ਆਏ ਹਾਂ।
ਰਾਜ ਦਾ ਰੂਪ ਦਾ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਜਿਹੜਾ ਸਾਡਾ ਘਰ ਹੈ ਅਸਲੀ, ਜਿੱਥੇ ਸਾਡੀ ਵਸਤੂ ਪਈ ਹੈ 10ਵੇਂ ਦੁਆਰ ਦੇ ਵਿੱਚ, ਉਹਦੀ ਖਬਰ ਨਹੀਂ ਲਈ, ਕਿਉਂਕਿ 9 ਦੁਆਰਾਂ 'ਤੇ ਹੀ ਬਸਦੇ ਹਾਂ। 9 ਦੁਆਰਾਂ 'ਤੇ ਜਦੋਂ ਭੁੱਲੇ ਜੀਵ ਹਾਂ, ਉਹ ਆਪਣੀ ਵਸਤੂ ਨੂੰ ਪ੍ਰਾਪਤ ਨਹੀਂ ਕਰ ਸਕਦੇ, ਜਿਹੜੀ ਅਗੋਚਰ ਅਵਸਥਾ ਹੈ, ਜਿਹੜੀ ਪ੍ਰਕਾਸ਼ ਰੂਪ ਹੈ, ਜਿਸ ਨੂੰ ਬਾਬਾ ਕਬੀਰ ਜੀ ਸਮਝਾਉਂਦੇ ਨੇ, 9 ਦਰ ਦੇਖ ਜੋ ਕਾਮਨ ਭੁੱਲੀ, ਬਸਤ ਅਨੂਪ ਨ ਪਾਈ, ਕਹਿਤ ਕਬੀਰ ਨਵੇਂ ਕਰ ਮੁੱਸੇ 10ਵੇਂ ਤੱਤ ਸਮਾਈ। ਕਿਉਂਕਿ 9 ਦਰਾਂ 'ਤੇ ਚੋਰੀ ਵਸਦੇ ਨੇ, ਇਸ ਕਰਕੇ ਚੋਰ ਠੱਗਦੇ ਨੇ। ਮੁਸਨਹਾਰ 5 ਬਟਵਾਰੇ। ਇਹ ਠੱਗਣ ਵਾਲੇ ਕੌਣ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ 5 ਨੇ। ਨੇਤਰਾਂ ਦੁਆਰਾ ਵੱਖਰੇ ਰੂਪ 'ਚ ਠੱਗਦੇ ਨੇ, ਕੰਨਾਂ ਦੁਆਰਾ ਵੱਖਰਾ ਕੰਮ ਕਰਦੇ ਨੇ, ਠੱਗ ਲੈਂਦੇ ਨੇ ਸਵਾਸਾਂ ਨੂੰ। ਕਿਤੇ ਆਪਾਂ ਸੁਣਦੇ ਹਾਂ ਸੰਸਾਰੀ ਗੱਲਾਂ, ਦੇਖਦੇ ਹਾਂ ਪਰਾਇਆ ਰੂਪ। ਰਸਨਾ ਦੁਆਰਾ ਜਦੋਂ ਸਵਾਦਾਂ 'ਚ ਪੈ ਜਾਂਦੀ ਹੈ ਅਤੇ ਮਾਇਆ ਨੂੰ ਬਣਾ ਦਿੰਦੇ ਆਪਾਂ ਨੂੰ ਵੀ ਇਹ ਤੇਰੀ ਹੈ, ਇਹ ਸਰੀਰ ਤੇਰਾ ਹੈ, ਸਾਰਾ ਕੁਛ ਤੇਰਾ ਹੈ। ਇੱਦਾਂ ਠੱਗ ਲੈਂਦੇ ਨੇ 5 ਵੱਖਰੇ ਵੱਖਰੇ ਰੂਪ ਦੇ ਵਿੱਚ ਆ ਕੇ ਠੱਗਦੇ ਨੇ। ਸੁਣਨੇ ਨਗਰ ਪਰੇ ਠੱਗ ਹਾਰੇ। ਕਿਉਂ ਠੱਗਦੇ ਨੇ? ਜਿਵੇਂ ਆਪਾਂ ਆਪਣਾ ਘਰ ਸੁਣਨਾ ਹੋਵੇ, ਘਰ 'ਚ ਕੋਈ ਜੀਵ ਨਾ ਹੋਵੇ ਅਤੇ ਚੋਰ ਚੋਰੀ ਕਰਕੇ ਲੈ ਜਾਂਦੇ ਹਨ, ਇੱਦਾਂ ਹੀ ਮਨ ਸੁੱਤਾ ਪਿਆ ਹੈ ਅਤੇ ਇਹ 5 ਚੋਰ ਠੱਗਦੇ ਨੇ। ਦਰ ਖੁੱਲ੍ਹੇ ਨੇ, ਨਸ਼ੇ ਦੇ ਵਿੱਚ ਸੁੱਤਾ ਹੈ ਮਨ, ਅਤੇ ਉਹਨਾਂ ਨੂੰ ਪਤਾ ਹੈ ਵੀ ਇਸ ਨੂੰ ਜਿਵੇਂ ਮਰਜ਼ੀ ਠੱਗੀ ਜਾਓ। ਜਿਵੇਂ ਭੇਤੀ ਹੋਵੇ, ਕੋਈ ਨਸ਼ਾ ਪੀ ਲਿਆ, ਉਸਨੂੰ ਪਤਾ ਵੀ ਇਹ ਸ਼ਰਾਬੀ ਹੈ, ਇਸ ਨਹੀਂ ਉੱਠਣਾ, ਇਹਨੂੰ ਕੋਈ ਪਤਾ ਨਹੀਂ ਹੈ, ਜਿਵੇਂ ਮਰਜ਼ੀ ਇਸ ਦੇ ਘਰ ਨੂੰ ਲੁੱਟ ਲਓ। ਇੱਦਾਂ 5 ਜਿਹੜੇ ਅੰਦਰ ਹੀ ਵਸਦੇ ਨੇ, ਜਦੋਂ ਦੇਖਦੇ ਨੇ ਵੀ ਹੁਣ ਜਿਵੇਂ ਮਰਜ਼ੀ ਲੁੱਟੀ ਜਾਓ, ਕਿਉਂਕਿ ਇਸ ਨੂੰ ਇੰਨਾ ਨਸ਼ਾ ਹੈ ਮਾਇਆ ਦਾ ਪਿਲਾ ਦਿੱਤਾ ਕਿ ਇਹ ਜਾਗੇਗਾ ਨਹੀਂ। ਉਨ ਤੇ ਰੱਖ ਹੈ ਬਾਪ ਨਾ ਮਾਈ। ਜਿਵੇਂ ਸੰਸਾਰਿਕ ਤਾਂ ਮਾਂ ਬਾਪ ਵੀ ਸਾਨੂੰ ਸਮਝਾ ਦੇਗਾ, ਬਚਾ ਲਏਗਾ ਕਿਸੇ ਤੋਂ, ਇੱਥੇ 5 ਤੋਂ ਮਾਂ ਬਾਪ ਵੀ ਨਹੀਂ ਬਚਾ ਸਕਦੇ। ਉਨ ਤੇ ਰੱਖ ਹੈ ਮੀਤ ਨਾ ਪਾਈ। ਕੋਈ ਮਿੱਤਰ ਨਹੀਂ ਬਚਾ ਸਕਦਾ, ਕੋਈ ਭਾਈ ਨਹੀਂ ਬਚਾ ਸਕਦਾ। ਦਰਬ ਸਿਆਣਪ ਨਾ ਉਹੇ ਰਹਿਤੇ। ਆਪਣੀ ਸਿਆਣਪ ਦੁਆਰਾ ਵੀ, ਆਪਣੇ ਗਿਆਨ ਦੁਆਰਾ ਵੀ ਉਹਨਾਂ ਤੋਂ ਨਹੀਂ ਬਚਿਆ ਜਾ ਸਕਦਾ। ਸਾਧ ਸੰਗ ਓਏ ਦੁਸ਼ਟ ਵਸ ਹੋਤੇ। ਸਿਰਫ ਸਾਧੂ ਜਨਾਂ ਸੰਗ ਕਰਕੇ ਸਾਨੂੰ ਉਹਨਾਂ ਦੀ ਪਹਿਚਾਣ ਹੁੰਦੀ ਹੈ, ਸੋਝੀ ਹੁੰਦੀ ਹੈ, ਭੇਤ ਆਉਂਦਾ ਹੈ ਵੀ ਕਿਵੇਂ ਠੱਗਦੇ ਨੇ, ਕਿਵੇਂ ਆਪਾਂ ਬਚਣਾ ਹੈ, ਕਿਵੇਂ ਆਪਾਂ ਬਸ ਦੇ ਵਿੱਚ ਕਰਨਾ ਹੈ, ਕਿਵੇਂ ਮਾਲਕ ਨੂੰ ਦੇਖਣਾ ਹੈ ਨੇਤਰਾਂ ਦੁਆਰਾ, ਕਿਵੇਂ ਕੰਨਾਂ ਦੁਆਰਾ ਉਹ ਗਿਆਨ ਲੈਣਾ ਹੈ। ਜਿਸ ਕਰਮ ਵਾਸਤੇ ਸਾਨੂੰ ਕੰਨ ਦਿੱਤੇ ਨੇ, ਉਹਨਾਂ ਦੁਆਰਾ ਉਹ ਕਰਮ ਕਰਨਾ ਹੈ ਜਿਸ ਨੂੰ ਆਪਾਂ ਪੜ੍ਹਦੇ ਹਾਂ। ਇਹ ਸਰਬ ਨੂੰ ਮੇਰੇ ਉਹ ਸੱਚ ਸੁਣਨੇ, 9 ਪਠਾਏ ਸਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਕੰਨਾਂ ਦੁਆਰਾ ਫਿਰ ਗੁਰ ਦਾ ਗਿਆਨ ਲੈਂਦੇ ਹਾਂ, ਨੇਤਰਾਂ ਦੁਆਰਾ ਫਿਰ ਉਸ ਨੂੰ ਦੇਖਦੇ ਹਾਂ ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਨੇਤਰੋ ਮੇਰੇ ਹਰ ਤੂੰ ਮੈਂ ਜੋ ਧਰੀ, ਹਰ ਬਿਨਾ ਬੰਨਾ ਦੇਖੋ ਕੋਈ। ਰਸਨਾ ਦੁਆਰਾ ਫਿਰ ਹਰੀ ਦੇ ਗੁਣ ਗਾਉਂਦੇ ਹਾਂ, ਜਿਹੜੀ ਹੋਰ ਰਸਾਂ ਨੂੰ ਛੱਡ ਦਿੰਦੀ ਹੈ, ਜਿਸ ਨੂੰ ਆਪਾਂ ਪੜ੍ਹਦੇ ਹਾਂ। ਇਹ ਰਸਨਾ ਤੂੰ ਅਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਾਂ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ, ਪੀਏ ਹਰ ਰਸ ਬਹੁ ਨ ਤ੍ਰਿਸ਼ਨਾ ਲਾਗੈ। ਇੱਦਾਂ ਫਿਰ ਇਹਨਾਂ ਨੂੰ ਜਗਾਉਂਦੇ ਹਾਂ, ਫਿਰ ਸੋਝੀ ਆਉਂਦੀ ਹੈ, ਫਿਰ ਆਪਾਂ 5 ਨੂੰ ਬਸ ਵਿੱਚ ਕਰ ਲੈਂਦੇ ਹਾਂ। ਕਰ ਕਿਰਪਾ ਮੋਹਿ ਸਾਰੰਗ ਪਾਣ। ਅਤੇ ਹੁਣ ਬੇਨਤੀ ਕਰਦੇ ਹਾਂ ਪ੍ਰਭੂ ਦੇ ਅੱਗੇ ਕਿ ਮੇਰੇ 'ਤੇ ਵੀ ਇਹ ਕਿਰਪਾ ਕਰ। ਸੰਤਨ ਧੂਰ ਸਰਬ ਨਿਧਾਨ। ਵੀ ਐਸੇ ਸੰਤਾਂ ਦੀ ਧੂਰੀ ਮੈਨੂੰ ਵੀ ਬਖਸ਼ਿਸ਼ ਕਰ, ਮੇਰੇ 'ਤੇ ਵੀ ਦਇਆ ਕਰ,
ਜਿਹਦੇ ਵਿੱਚ ਸਾਰਾ ਹੀ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਇੱਕ ਗੁਰ ਦੇ ਬਚਨ ਨੂੰ ਕਮਾਉਣ ਦੇ ਨਾਲ ਹੀ ਸਾਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਹੈ। ਇੱਕ ਹੀ ਗੁਰ ਦੀ ਸਿੱਖ ਸੁਣਨੀ ਹੁੰਦੀ ਹੈ, ਉਹਦੇ ਦੁਆਰਾ ਹੀ ਸਾਡੀ ਮਤ ਰਤਨਾ ਜਵਾਹਰਾਂ ਦੀ ਬਣ ਜਾਂਦੀ ਹੈ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇੱਕ ਹੀ ਗੁਰ ਦੀ ਸਿੱਖ ਸੁਣਨੀ ਹੈ। ਤੇ ਕੌਣ ਦਿੰਦਾ ਗੁਰ ਦੀ ਸਿੱਖ? ਸੰਤ ਜਨ, ਜਿਨ੍ਹਾਂ ਨੂੰ ਆਪ ਪ੍ਰਭੂ ਨੇ ਖਜ਼ਾਨਾ ਦਿੱਤਾ ਹੈ। ਸਾਬਤ ਪੂੰਜੀ ਸਤਿਗੁਰ ਸੰਗ। ਸਤਿਗੁਰ ਦਾ ਸੰਗ ਕਰਦੇ ਹਾਂ, ਸੰਤਾਂ ਤੋਂ ਸੱਚਾ ਗੁਰ ਲੈ ਕੇ ਜਦੋਂ ਉਸ ਦਾ ਸੰਗੀ ਬਣਾ ਲੈਂਦੇ ਹਾਂ ਤੇ ਫਿਰ ਸਾਡੀ ਪੂੰਜੀ ਸਾਬਤ ਰਹਿੰਦੀ, ਚੋਰ ਲੁੱਟ ਨਹੀਂ ਸਕਦੇ। ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ। ਫਿਰ ਗੁਰ ਦਾ ਗਿਆਨ ਲੈ ਕੇ ਉਸ ਪਾਰ ਬ੍ਰਹਮ ਦੇ ਰੰਗ ਦੇ ਵਿੱਚ ਮਨ ਰੰਗਿਆ ਜਾਂਦਾ ਹੈ। ਫਿਰ ਮਨ ਜਾਗਦਾ ਹੈ, ਨਹੀਂ ਤਾਂ ਸੁੱਤਿਆਂ ਨੂੰ ਚੋਰ ਲੁੱਟਦੇ ਨੇ। ਸੋ ਜਾਗੈ ਜਿਸ ਪ੍ਰਭ ਕਿਰਪਾਲ। ਉਹ ਜਾਗਦਾ ਹੈ ਜਿਨ੍ਹਾਂ ਦਾ ਆਪ ਮਾਲਕ ਕਿਰਪਾ ਕਰਦਾ, ਜਿਨ੍ਹਾਂ ਨੂੰ ਆਪ ਦਇਆ ਕਰਦਾ ਹੈ, ਜਿਹੜੇ ਫਿਰ ਉਸ ਪ੍ਰਭੂ ਦੀ ਅੰਮ੍ਰਿਤ ਬਾਣੀ ਨੂੰ ਬੋਲਦੇ ਨੇ। ਦੂਜੇ ਸਾਰਾ ਸੰਸਾਰ ਸੁੱਤਾ ਹੈ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ, ਜਿਸ ਨੂੰ ਆਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਬਿਹਾਣੀ। ਸੋ ਜਾਗੈ ਜਿਸ ਪ੍ਰਭ ਕਿਰਪਾਲ, ਇਹ ਪੂੰਜੀ ਸਾਬਤ ਧਨ ਮਾਲ। ਫਿਰ ਉਹਦੀ ਇਹ ਪੂੰਜੀ ਸਾਬਤ ਰਹਿੰਦੀ, ਉਹਦਾ ਧਨ ਲੁੱਟ ਨਹੀਂ ਸਕਦੇ। ਪਰ ਕਿਹਨਾਂ ਤੇ? ਜਿਨ੍ਹਾਂ ਨੂੰ ਪ੍ਰਭੂ ਕਿਰਪਾ ਕਰਦਾ ਹੈ। ਪ੍ਰਭੂ ਕਿਰਪਾ ਕਿਹਨਾਂ ਤੇ ਕਰਦਾ ਹੈ? ਜਿਨ੍ਹਾਂ ਨੂੰ ਸਾਧੂ ਜਨਾਂ ਦਾ ਸੰਗ ਹੁੰਦਾ ਹੈ। ਸਾਧੂ ਜਨਾਂ ਦਾ ਸੰਗ ਕਿਹੜਾ ਮਿਲਦਾ ਹੈ? ਜਦੋਂ ਪ੍ਰਭੂ ਦੀ ਦਇਆ ਹੁੰਦੀ ਹੈ, ਉਸ ਦੀ ਖੁਸ਼ੀ ਹੁੰਦੀ ਹੈ। ਉਸ ਤੋਂ ਬਿਨਾਂ ਸਾਨੂੰ ਸਾਧੂ ਜਨਾਂ ਦਾ ਸੰਗ ਨਹੀਂ ਮਿਲਦਾ। ਇਸ ਕਰਕੇ ਇਹ ਸਾਰਾ ਖੇਡ ਜਦੋਂ ਮਾਲਕ ਦਇਆ ਕਰਦਾ ਹੈ, ਫਿਰ ਆਪਾਂ ਤੇ ਫਿਰ ਮਨ ਜਾਗਦਾ ਹੈ, ਫਿਰ ਆਪਣੇ ਘਰ ਨੂੰ ਲੁੱਟਣ ਤੋਂ ਬਚਾਉਂਦਾ ਹੈ। ਨਹੀਂ ਤਾਂ ਸਾਰਾ ਸੰਸਾਰ ਲੁੱਟਿਆ ਜਾ ਰਿਹਾ ਹੈ। ਕਹਿ ਕਬੀਰ ਕਹਿ ਰਵਿਦਾਸ, ਸਵੇ ਜਗ ਲੁੱਟਿਆ, ਹਮ ਤੋਂ ਏਕ ਰਾਮ ਕਹਿ ਛੁਟਿਆ। ਕਹਿੰਦੇ ਸਾਰਾ ਸੰਸਾਰ ਹੀ ਨਾ ਲੁੱਟਿਆ ਹੈ, ਸਿਰਫ ਅਸੀਂ ਬਚੇ ਹਾਂ ਰਾਮ ਦਾ ਗਿਆਨ ਲੈ ਕੇ, ਰਾਮ ਨੂੰ ਜਪ ਕੇ। ਨਹੀਂ ਤਾਂ ਸਾਰਾ ਸੰਸਾਰ ਹੀ ਲੁੱਟਿਆ ਜਾ ਰਿਹਾ ਹੈ। ਸੋ ਆਓ ਗੁਰਮੁਖ ਪਿਆਰਿਓ, ਆਪਾਂ ਵੀ ਕਿਰਪਾ ਦਇਆ ਕਰੀਏ ਆਪਣੇ ਤੇ ਉਸ ਮਾਲਕ ਤੋਂ ਦੀ ਰਹਿਮਤ ਮੰਗੀਏ। ਆਪਾਂ ਵੀ ਆਪਣੇ ਨੇਤਰਾਂ ਨੂੰ ਜਗਾਈਏ, ਆਪਣੇ ਸਰਵਣਾ ਨੂੰ ਜਗਾਈਏ, ਆਪਣੀ ਰਸਨਾ ਨੂੰ ਜਗਾਈਏ, ਮਨ ਨੂੰ ਜਗਾਈਏ, ਤਾਂ ਕਿ ਇਹ ਆਪਣੀ ਜਿਹੜੀ ਪੂੰਜੀ ਹੈ, ਜਿਹੜਾ